कराली हॉस्पिटल ਦੇ ਵਿੱਚ ਜਿੱਥੇ ਕਿ ਡਾਕਟਰਾਂ ਦੀ ਕਈ ਦਿਨਾਂ ਤੋਂ ਪਹਿਲਾਂ ਹੜਤਾਲ ਚੱਲ ਰਹੀ ਸੀ। ਪਰ ਅੱਜ ਐਸਐਮਓ ਸਾਹਿਬ ਨਾਲ ਅਸੀਂ ਗੱਲ ਕੀਤੀ, ਉਹਨਾਂ ਨੇ ਦੱਸਿਆ ਕਿ ਜੋ ਹੜਤਾਲ ਹੈ 3 ਦਿਨ ਦੇ ਲਈ ਹੋਰ ਵਧਾ ਦਿੱਤੀ ਗਈ ਹੈ। ਹੁਣੇ ਸ਼ਨੀਵਾਰ ਤੱਕ ਇਹ ਹੜਤਾਲ ਚੱਲੇਗੀ। ਲੇਕਿਨ ਐਸਐਮਓ ਸਾਹਿਬ ਨੇ ਸਾਨੂੰ ਦੱਸਿਆ ਕਿ ਇਹ ਜੋ ਰੂਟੀਨ ਵਰਕ है, जिमें लोग आते हैं दवाई लैन, उन्होंने उवें तरह ही दवाई मिलेगी, उन्होंने कोई प्रॉब्लम नहीं आन दी जाएगी। वो अपने जो तनख्वाहां दे वाधे नूं जो कटौती की गई है, लेकिन होना वाधा चाहिए सी, लेकिन उस दे विच कटौती की गई है, उसनूं लेके इन्हां वल्लों रोष है। तो इन्होंने हड़ताल का जो कहा गया है 3 दिन की होर हड़ताल होगी, पर जो OPD ने वो कंटिन्यू उस तरह ही चलदियां रहणगीआं। दिन है जी ਤੁਹਾਡਾ ਅੱਜ ਹੜਤਾਲ ਲਗਾਤਾਰ ਹੜਤਾਲ ਚੱਲਦੀ ਹੈ, ਚੌਥਾ ਦਿਨ ਹੈ। ਤੇ ਕੀ ਕਹਿਣਾ ਚਾਹੁੰਦੇ ਹੋ ਜੀ, ਕਿਉਂ ਹੜਤਾਲ ਤੇ ਬੈਠੇ ਆ ਡਾਕਟਰ ਜੀ? ਡਾਕਟਰਸ ਦੀ ਜਦੋਂ ਦੀ 6ਵੀਂ 6th ਪੇ ਕਮਿਸ਼ਨ ਦੀ ਰਿਪੋਰਟ ਆਈ ਹੈ, ਉਸ ਤੋਂ ਬਾਅਦ ਸਰਕਾਰ ਨੇ ਜਿਹੜਾ RPA ਡਾਕਟਰਸ ਨੂੰ ਪਹਿਲਾਂ ਮਿਲ ਰਿਹਾ ਸੀ ਤੇ ਜਿਸ ਦੀ ਪੇਸ਼ੈਂਟ ਇਹਨਾਂ ਨੂੰ ਡਾਕਟਰਸ ਨੂੰ ਆਸ ਸੀ ਕਿ ਉਹਨਾਂ ਦਾ 25% ਤੋਂ 33% ਕਰਤਾ ਜਾਏਗਾ। ਸਰਕਾਰ ਨੇ 33% ਦਾ ਕੀ ਕਰਨਾ ਸੀ, ਰਾਦਰ 25 ਤੋਂ ਘਟਾ ਕੇ 20% ਕਰ ਦਿੱਤਾ ਹੈ। ਉਹਦੇ ਨਾਲ ਸਾਰੇ ਡਾਕਟਰਸ ਜਿਹੜੇ ਹੈਗੇ ਉਹਨਾਂ ਦੀ ਤਨਖਾਹ 'ਚ ਭਾਰੀ ਕਟੌਤੀ ਆਈ ਹੈ। ਇਸ ਚੀਜ਼ ਦੀ ਰਿਜ਼ੈਂਟਮੈਂਟ ਵਾਸਤੇ ਅਤੇ ਇਸ ਸੈਕਟਰ ਨੂੰ ਪ੍ਰਾਈਵੇਟਾਈਜ਼ ਹੋਣ ਤੋਂ ਬਚਾਉਣ ਵਾਸਤੇ ਅਸੀਂ ਸਾਰੇ ਡਾਕਟਰਸ ਜਿਹੜੇ ਰਲ ਕੇ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਤੇ ਸਰਕਾਰ ਨੂੰ ਇਹ ਕਹਿ ਰਹੇ ਹਾਂ ਕਿ ਸਾਨੂੰ ਰੈਕੋਗਨਾਈਜ਼ ਕੀਤਾ ਜਾਵੇ ਤੇ ਸਾਡਾ ਬਣਦਾ ਐਤਕੀ ਸਾਨੂੰ ਦਿੱਤਾ ਜਾਵੇ। ਤੇ ਪਤਾ ਲੱਗਿਆ ਹੈ ਕਿ ਅੱਜ ਜਿਹੜੀ ਸਰਕਾਰੀ ਪਰਚੀ ਦੀ ਵੀ ਬਾਈਕਾਟ ਕੀਤੀ ਹੋਈ ਹੈ, ਦਵਾਈਆਂ ਵੀ ਆਪਣੇ ਪੱਲੇ ਤੇ ਦੇ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਹਾਂਜੀ, ਅਸੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਡਾਕਟਰ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟ ਰਹੇ। ਡਾਕਟਰਸ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਖੜੇ ਨੇ। ਅਸੀਂ ਆਪਣੇ ਪੱਲੇ ਤੋਂ ਪੈਸੇ ਖਰਚ ਕੇ ਵੀ ਆਪਣੇ ਪੈਸੇ 'ਚ ਦਵਾਈਆਂ ਲਿਆ ਕੇ ਵੀ ਮਰੀਜ਼ਾਂ ਦੀ ਸੇਵਾ ਕਰਨ ਲਈ ਖੜੇ ਹਾਂ। ਸਵੇਰ ਦਾ ਇੱਥੇ ਕੁਰਾਲੀ ਹਸਪੀਟਲ ਵਿਖੇ ਸਾਰੇ ਪੇਸ਼ੈਂਟਸ ਦਾ ਇਲਾਜ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ, ਉਹਨਾਂ ਨੂੰ ਕੋਈ ਪਰਚੀ ਫੀਸ ਨਹੀਂ ਲਈ ਜਾ ਰਹੀ। ਜਿਹੜਾ ਹੈ ਐਸਐਮਓ ਸਰ ਕੁਰਾਲੀ ਦੇ ਵਿੱਚ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਹੜਤਾਲ ਚੱਲ ਰਹੀ ਹੈ ਡਾਕਟਰਾਂ ਦੀ, ਕਿੰਨਵਾਂ ਦਿਨ ਹੈ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? देखो, जिवें सब नूं पता है भी साडी पे विच काफ़ी कटौती कर दी गई है तो गौरमेंट नूं असीं काफ़ी रिप्रजेंटेटिव दिते, काफ़ी समझाया भी असीं उम्मीद कर रहे सी सानूं करोना के टाइम का कोई इनाम मिलेगा, पर उस दे उलट गौरमेंट ने साडी तनख्वाह घट कर दी, जिस करके पिछले 4 दिन तो साडी स्ट्राइक चल रही सी। कल कुछ फैसला होने की उम्मीद थी, जिहड़ा कि नहीं हो सकिया। अज फिर साडी यूनीयन के लैवल पर असीं मीटिंग की, तो डिसाइड होया भी चलो आपां मरीज़ां नूं किस तरह की परेशानी नहीं आन देनी। इस करके असी सरकारी पर्ची का बाईकाट करते हुए तो सरकारी दवाइयों का बाईकाट करते हुए मरीजों को अपनी जेब विचों अपनी एसोसीएशन वालों कुछ दानी सज्जनों वालों दवाइयां इकट्ठियां करके मरीजों को दवाइयां दे रहे हैं। फ्री दवाइयां दी जा रही हैं? बिल्कुल फ्री दवाइयां दे रहे हैं। मरीज़ तो कोई पर्ची सरकारी पर्ची नहीं बन रही, मरीज़ को असी अपनी यूनीयन के लैवल पर पर्चियां छपाइयां हैं, वो पर्चे पर असी मरीजों को दवाई दे रहे हैं। ਤੇ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ 3 ਦਿਨਾਂ ਦੀ ਕਾਲ ਦੀ ਤੁਹਾਡੀ ਹੜਤਾਲ ਦੀ, ਹੁਣ ਜਿਹੜੀ ਹੈ 3 ਦਿਨ ਹੋਰ ਅੱਗੇ ਵੱਧ ਗਈ, ਕਿਆ ਮੰਨਦੇ ਹੋ ਵੀ ਇਹ ਹੜਤਾਲ ਜਿਹੜੀ ਅੱਗੇ ਚੱਲੇਗੀ? ਕਿਆ ਦਵਾਈਆਂ ਇसी ਤਰ੍ਹਾਂ ਫਿਰ ਸਰਕਾਰ ਦੀ ਪਰਚੀ ਦਾ ਬਾਈਕਾਟ ਕੀਤਾ ਜਾਵੇਗਾ ਜੀ? ਫਿਰ ਵੀ बिल्कुल सरकार की पर्ची का 3 दिन बाईकाट है, शनिवार तक बिल्कुल बाईकाट है। सोमवार तक भी जे कोई प्रॉपर रिजल्ट ना निकलिया तो शायद हड़ताल में सानू इंटेंसीफाई भी करना पै सकता है। ਕਿਉਂ ਸਰਕਾਰ ਕਿਉਂ ਡਾਕਟਰਾਂ ਦੀ ਅਣਦੇਖੀ ਕਰ ਰਹੀ ਹੈ, ਜਦੋਂ ਕਿ ਕੋਵਿਡ ਦੇ ਵਿੱਚ ਜਿਹੜੀਆਂ ਤੁਸੀਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ, ਆਪਣੇ ਪਰਿਵਾਰ ਤੋਂ ਅਲੱਗ ਤੱਕ ਰਹੇ ਜੀ, ਤੇ ਬਹੁਤ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ, ਕਈ ਡਾਕਟਰ ਵੀ ਕੋਵਿਡ ਦੀ ਭੇਟ ਚੜ੍ਹ ਗਏ ਜੀ, ਪਰ ਫਿਰ ਵੀ ਸਰਕਾਰ ਕਿਉਂ ਅਣਦੇਖਾ ਕਰ ਰਹੀ ਹੈ ਜੀ? ਸਾਨੂੰ ਇੱਕ ਭੱਤਾ ਮਿਲਦਾ ਜਿਹਨੂੰ NPA ਕਹਿੰਦੇ, ਇਹਦਾ ਮਿਸਨੋਮਰ ਹੈ। ਇਹਦਾ NPA ਦਾ ਮਤਲਬ ਆਉਂਦਾ ਨੌਨ ਪ੍ਰੈਕਟਿਸ ਅਲਾਊਂਸ, ਜਿਹੜਾ ਕਿ ਸਰਕਾਰ ਸੋਚਦੀ ਵੀ ਇਹਨਾਂ ਨੂੰ ਅਸੀਂ ਪ੍ਰੈਕਟਿਸ ਕਰਨ ਤੋਂ ਰੋਕਦੇ ਹਾਂ, ਇਸ ਕਰਕੇ ਇਹਨਾਂ ਨੂੰ ਦਿੰਦੇ ਹਨ।
ਪਰ ਜਦੋਂ NPS ਸ਼ੁਰੂ ਹੋਇਆ ਸੀ, ਇਸ ਦਾ ਮਤਲਬ ਹੁੰਦਾ ਹੈ ਵੀ ਜੋ ਸਰਕਾਰ ਡਾਕਟਰਾਂ ਦੀ ਡਿਊਟੀ 24 ਘੰਟੇ ਰਹਿੰਦੀ ਹੈ, ਉਹਦਾ ਐਕਸਟਰਾ ਉਹਨਾਂ ਨੂੰ ਕੁਛ ਦਿੱਤਾ ਜਾਂਦਾ ਹੈ, ਜਾਂ ਜਿਹੜੇ ਸਾਡੇ ਰਿਸਕ ਫੈਕਟਰ ਹੁੰਦੇ ਆ ਡਾਕਟਰ ਨੂੰ ਜਾਨ ਤੋਂ ਖਤਰਾ ਰਹਿੰਦਾ ਹੈ। ਅਤੇ ਤੀਜਾ ਹੁੰਦਾ ਕਿ ਵੀ ਸਾਡੇ ਪ੍ਰੋਫੈਸ਼ਨ 'ਚ ਕੋਈ ਪ੍ਰਮੋਸ਼ਨ ਨਹੀਂ ਹੈ। ਅਸੀਂ ਡਾਕਟਰ ਮੈਡੀਕਲ ਅਫਸਰ ਦੇ ਤੌਰ 'ਤੇ ਹੀ ਰਿਟਾਇਰ ਹੋ ਜਾਂਦੇ ਹਾਂ। ਮੋਸਟਲੀ 90% ਸਾਡੇ ਚੋਂ ਸਿਰਫ 10% ਅੱਗੇ SMO ਜਾਂ ਸਿਵਲ ਸਰਜਨ ਬਣਦੇ ਹਨ। ਉਸ ਨੂੰ ਕੰਪਨਸੇਟ ਕਰਨ ਲਈ ਸਰਕਾਰ ਨੇ ਵੀ ਤਾਂ ਕਿ ਡਾਕਟਰ ਗੌਰਮੈਂਟ ਜੋਬ ਵਿੱਚ ਅਟਰੈਕਟ ਹੋਣ ਤੇ ਇਹ ਪੱਤਾ ਸ਼ੁਰੂ ਕੀਤਾ ਸੀ। ਪਰ ਹੁਣ ਸਰਕਾਰਾਂ ਨੂੰ ਲੱਗਦਾ ਵੀ ਅਸੀਂ ਡਾਕਟਰਾਂ ਨੂੰ ਕੁਛ ਜ਼ਿਆਦਾ ਦੇ ਰਹੇ ਹਾਂ, ਪਰ ਜੇ ਇਹ ਪੱਤਾ ਬੰਦ ਹੋ ਤਾਂ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਵੀ ਜੋ ਨਵੇਂ ਡਾਕਟਰ ਨਹੀਂ ਆਉਣਗੇ, ਪੁਰਾਣੇ ਡਾਕਟਰ ਵੀ ਬਹੁਤ ਸਾਰੇ ਆਪਣੇ ਅਸਤੀਫੇ ਦੇ ਕੇ ਆਪਣਾ ਕੰਮ ਸ਼ੁਰੂ ਕਰਨ ਲਈ ਤਿਆਰ ਬੈਠੇ ਹਨ, ਕਿਉਂਕਿ ਇੰਨੀ ਤਨਖਾਹ ਵਿੱਚ ਅਸੀਂ ਆਪਦੇ ਪਰਿਵਾਰ ਦਾ ਅਤੇ ਆਪਣੇ ਪਰਿਵਾਰ ਦਾ ਪੇਟ ਨਹੀਂ ਭਰ ਸਕਾਂਗੇ। ਸਰਕਾਰ ਨੂੰ ਇਹੀ ਹੈ, ਜਿਵੇਂ ਸਾਨੂੰ ਉਮੀਦ ਸੀ ਵੀ ਸਾਡਾ ਜੋ ਪੱਤਾ ਹੈ 25% ਤੋਂ ਵਧਾ ਕੇ 33% ਕੀਤਾ ਜਾਊਗਾ, ਜਦੋਂ ਕਿ ਹੋਇਆ ਉਲਟ 25% ਤੋਂ ਘਟਾ ਕੇ 20% ਕਰ ਦਿੱਤਾ ਗਿਆ। ਤੇ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਅਗਰ ਕੋਈ ਐਮਰਜੈਂਸੀ ਮਰੀਜ਼ ਆਂਦਾ ਹੈ ਜਾਂ ਉਸ ਦੇ ਲਈ ਕਿਆ ਸੇਵਾਵਾਂ ਬੰਦ ਹੈ ਕਿ ਉਸ ਨੂੰ ਵੀ ਦੇਖਿਆ ਜਾਂਦਾ ਹੈ ਜੀ? ਮਰੀਜ਼ ਸਾਡੇ ਸਭ ਤੋਂ ਸਾਡੇ ਲਈ ਭਗਵਾਨ ਹੈ। ਮਰੀਜ਼ ਐਮਰਜੈਂਸੀ ਸੇਵਾਵਾਂ, ਕਰੋਨਾ ਨਾਲ ਰਿਲੇਟਡ ਸੇਵਾਵਾਂ, ਕੋਵਿਡ ਦੀ ਵੈਕਸੀਨ ਅਤੇ ਸਾਰੀ ਉਸ ਤਰ੍ਹਾਂ ਹੀ ਚੱਲਦੀ ਹੈ। ਜਿਵੇਂ ਤੁਹਾਨੂੰ ਦੱਸਿਆ, ਇਵਨ OPD ਵੀ ਅਸੀਂ ਬੰਦ ਨਹੀਂ ਹੋਣ ਦਿੱਤੀ। ਅਸੀਂ ਆਪਣੇ ਲੈਵਲ 'ਤੇ ਸਿਰਫ ਸਰਕਾਰੀ ਪਰਚੀ ਦਾ ਅਤੇ ਸਰਕਾਰੀ ਦਵਾਈ ਦਾ ਅਸੀਂ ਬਾਈਕਾਟ ਕੀਤਾ ਹੈ। ਅਸੀਂ ਆਪਣੇ ਲੈਵਲ 'ਤੇ ਮਰੀਜ਼ਾਂ ਨੂੰ ਦਵਾਈ ਦਿੱਤੀ ਹੈ, ਆਪਣੇ ਜੇਬ ਵਿੱਚੋਂ ਖਰਚ ਕੇ ਦਵਾਈ ਦਿੱਤੀ ਹੈ ਮਰੀਜ਼ਾਂ ਨੂੰ। ਠੀਕ, ਬਹੁਤ ਧੰਨਵਾਦ ਜੀ ਅਸੀਂ SMO ਸਾਹਿਬ ਕੁਛ ਜੀ ਦੇ, ਜਿਹੜੇ ਆਪਣੀ ਦੇਖ ਰੇਖ ਵਿੱਚ ਇਹ ਹੜਤਾਲ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਹੰਬਲਾ ਮਾਰ ਰਹੇ ਹੈ, ਅਤੇ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇ ਰਹੇ, ਦਵਾਈਆਂ ਦੇ ਰਹੇ, ਹਰ ਤਰ੍ਹਾਂ ਦਾ ਉਹਨਾਂ ਦਾ ਸਹਿਯੋਗ ਕਰ ਰਹੇ ਹੈ। ਤੇ ਕਿਆ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ? ਇਹ ਡਾਕਟਰ ਪਰੇਸ਼ਾਨ ਹੋ ਰਹੇ ਨੇ। ਹਾਂਜੀ, ਇਹ ਦੇਖੋ ਰੱਬ ਤੋਂ ਬਾਅਦ ਦੂਜੇ ਨੰਬਰ 'ਤੇ ਡਾਕਟਰ ਆਉਂਦੇ ਆ ਜੀ, ਇਸ ਲਈ ਇਹਨਾਂ ਦਾ ਅਧਿਕਾਰ ਹੈ, ਹੱਕ ਹੈ, ਇਹਨਾਂ ਦੀਆਂ ਮੰਗਾਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਜੀ।